ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ ਸਾਡਾ ਮਹਾਨ ਸ਼ਹੀਦੀ ਦਿਵਸ ਹੈ ਤੇ 1984 ਦੇ ਵਿੱਚ ਸਿੱਖ ਕੌਮ ਦਾ ਪਹਿਲਾ ਆਜ਼ਾਦੀ ਦਾ ਜੰਗ ਸ਼ੁਰੂ ਹੋਇਆ ਸੀ ਜਦੋਂ ਇੰਦਰਾ ਗਾਂਧੀ ਨੇ ਤੇ ਇਸ ਦੀਆਂ ਸਾਥੀ ਪਾਰਟੀਆਂ ਨੇ ਸੋਵੀਅਤ ਰੂਸ ਤੇ ਬਰਤਾਨੀਆ ਦੀ ਫੌਜ ਤੇ ਆਪਣੀ ਹਿੰਦ ਦੀ ਫੌਜ ਮਿਲਾ ਕੇ 3 ਪਰਮਾਣੂ ਹਥਿਆਰਾਂ ਨਾਲ ਲਾਂਸ ਫੌਜਾਂ ਨਾਲ ਸਟੇਟਲੈਸ ਸਿੱਖਸ ਦੇ ਉੱਤੇ ਹਮਲਾ ਕੀਤਾ ਸੀ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ, ਜਨਰਲ ਸ਼ਬੇਗ ਸਿੰਘ ਨੇ, ਭਾਈ ਅਮਰੀਕ ਸਿੰਘ ਨੇ, ਬਾਬਾ ਠਾਰਾ ਸਿੰਘ ਨੇ ਤੇ ਸਾਰੇ ਟਕਸਾਲੀ ਫੈਡਰੇਸ਼ਨ ਜਿੰਨੇ ਵੀ ਉੱਥੇ ਸਿੰਘ ਦਰਬਾਰ ਸਾਹਿਬ ਦੀ ਰੱਖਿਆ ਲਈ ਆਏ ਸੀ, ਬੱਬਰ ਵੀ ਸੀਗੇ, ਸਾਰੇ ਸੀਗੇ। 72 ਘੰਟੇ ਇਹ ਦੁਨੀਆ ਦੀਆਂ 3 ਵੱਡੀਆਂ ਫੌਜਾਂ 72 ਘੰਟੇ ਅੰਦਰ ਨਹੀਂ ਵੜਨ ਦਿੱਤੀਆਂ। ਟੈਂਕਾਂ ਦੇ ਨਾਲ ਲੜਾਈ ਵੀ ਹੋਈ, ਤੋਪਾਂ ਦੇ ਨਾਲ ਵੀ ਹੋਈ, ਹੈਲੀਕਾਪਟਰ ਗਨਸ਼ਿਪਸ ਦੇ ਨਾਲ ਵੀ ਹੋਈ, ਪਰ ਕਿਸੇ ਨੇ ਵੀ ਹੱਥ ਉੱਚੇ ਨਹੀਂ ਕੀਤੇ ਹੈ। ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਆਖਰੀ ਆਪਣੇ ਅਕਾਲ ਤਖਤ ਸਾਹਿਬ ਦੇ ਬੰਕਰ ਚੋਂ ਨਿਕਲ ਕੇ ਜਿਹੜੇ 2 ਨਿਸ਼ਾਨ ਸਾਹਿਬ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਦੇ ਵਿਚਾਲੇ ਬਿਰਾਜਮਾਨ ਹਨ, ਉੱਥੇ ਜਾ ਕੇ ਸੰਤ ਜਰਨੈਲ ਸਿੰਘ ਨੇ ਆਪਣੀ ਸ਼ਹਾਦਤ ਦਿੱਤੀ। ਉਹਨਾਂ ਦੀ ਛਾਤੀ ਦੇ ਉੱਤੇ 74 ਗੋਲੀਆਂ ਲੱਗੀਆਂ ਹੋਈਆਂ ਸੀ। ਪਾਕਿਸਤਾਨ ਦਾ ਲਖਾਰੀ ਚੀਮਾ ਸਾਹਿਬ ਕਹਿੰਦਾ ਕਿ ਸਾਡਾ ਜਰਨੈਲ ਨਾਜ਼ੀ ਪਾਕਿਸਤਾਨ ਦਾ, ਜਿਨੇ ਬੰਗਲਾਦੇਸ਼ ਦੇ ਵਿੱਚ ਪਾਕਿਸਤਾਨ ਦਾ ਜਰਨੈਲ ਸੀ, ਉਸ ਨੇ 90,000 ਪਾਕਿਸਤਾਨੀ ਫੌਜੀ ਜਨਰਲ ਜਗਜੀਤ ਸਿੰਘ ਅਰੋੜੇ ਦੇ ਹਵਾਲੇ ਕਰਤੇ, ਜਿਹੜਾ ਇੰਡੀਅਨ ਕਮਾਂਡਰ ਸੀਗਾ। ਤੇ ਚੀਮਾ ਲਖਾਰੀ ਕਹਿੰਦਾ ਕਿ ਜੇ ਸਾਡੇ ਜਰਨੈਲ ਨਾਜ਼ੀ ਦੇ ਚੀਚੀ ਦੇ ਉੱਤੇ ਥੋੜਾ ਜਿਹਾ ਖੂਨ ਨਿਕਲ ਆਉਂਦਾ ਤਾਂ ਅਸੀਂ ਸਮਝਦੇ ਸਾਡਾ ਜਰਨੈਲ ਲੜਿਆ ਹਿੰਦੁਸਤਾਨ ਦੇ ਖਿਲਾਫ। ਪਰ ਚੀਮਾ ਸਾਹਿਬ ਕਹਿੰਦੇ ਜਰਨੈਲਾਂ ਚੋਂ ਜਰਨੈਲ ਇੱਕੋ ਹੀ ਹੈ, ਉਹ ਹੈ ਜਰਨੈਲ ਸਿੰਘ ਭਿੰਡਰਾਂਵਾਲਾ। ਜਿਹਦੀ ਛਾਤੀ ਦੇ ਉੱਤੇ 74 ਗੋਲੀਆਂ ਲੱਗੀਆਂ ਤਾਂ ਜਾ ਕੇ ਸ਼ਹਾਦਤ ਪਾਈ। ਸੋ ਸਾਧ ਸੰਗਤ ਜੀ, ਸਾਡੀ ਪਾਰਟੀ ਬੰਦੀਆਂ ਨੂੰ ਛਡਾਉਣ ਦੇ ਲਈ ਅੱਜ 336 ਦਿਨ ਹੋ ਗਏ ਆ ਮੋਰਚੇ ਬਰਗਾੜੀ ਦੇ ਵਿੱਚ। ਮੇਰੇ ਕੋਲੇ ਕੈਦੀਆਂ ਦਾ ਸਵਾਲ ਲੈ ਕੇ ਸਰਦਾਰ ਸੁਖਬੀਰ ਸਿੰਘ, SGPC ਦੇ ਪ੍ਰਧਾਨ ਧਾਮੀ ਸਾਹਿਬ, ਚੰਦੂ ਮਾਜਰਾ ਸਾਹਿਬ, ਬਠਿੰਡੇ ਤੋਂ ਭੁੰਦੜ ਸਾਹਿਬ ਆਏ ਸੀਗੇ। ਉਹਨਾਂ ਨੇ ਕਿਹਾ ਕਿ ਬੰਦੀਆਂ ਦਾ ਕੈਂਡੀਡੇਟ ਖੜਾ ਕਰੀਏ। ਮੈਂ ਕਿਹਾ ਕਿ ਤੁਸੀਂ ਸਲਾਹ ਲੈ ਕੇ ਆਏ ਹੋ ਕਿ ਆਰਡਰ ਦੇ ਕੇ ਆਏ ਹੋ। ਸਾਡੀ
पार्टी ने मेरा नाम ऐलान कर दिता, पार्टी तो मैं पिछे हट नहीं सकता। उस तो बाद SCPC के प्रधान ने सुखबीर सिंह ने, चंदूमाजरा ने, भुंदड़ ने संगरूर दे विच कोई बंदी सिंह खड़ा नहीं किया हैगा। ये बंदी ਸਿੰਘਾਂ ਦੀ गल करते हैं। इस करके साडी पार्टी कहती है कि जिहड़ी SCPC की प्रधानगी है, धामी साहब तुसीं इहनूं छड्ड के हवाड़ा साहब नूं, भुल्लर नूं SCPC का प्रधान बनाओ, अकाल तख्त का जथेदार हवाड़ा साहब बनाओ, जिहड़ा सरबत खालसे दे विच ऐलान हो गया सी, और दमदमी टकसाल का प्रधान अपना लाहौरिया साहब जिहड़ा 30 साल जेल कट के आया, उसनूं दमदी साल का जथेदार बनाया जाए। हुण पिछे ना हटिओ। धुम्मा साहब, सुखबीर सिंह जी, धामी साहब जी, चंदूमाजरा जी, भुंदड़ साहब, तुसी बंदियां दी गल करन आए हो। हुण जिहड़ी कौम दी आवाज़ है कि बंदियां नूं SCPC, दमदमी टकसाल तख्त दा जथेदार बनाया जाए, इस नूं पूरा करो। क्यों करके तुसी नजायज़ SCPC ते बैठे हो। इहदी म्याद 5 साल हुंदी है, पर 11 साल तो SCPC दे इलैक्शन नहीं हो रहे। तुसी सारिਆਂ ने नजायज़ कब्जे कीते है, हेरा फेरियां हुई हैं। बरगाड़ी दे विच गुरु ग्रंथ साहब दीयां बेदबियां कीतियां, नाल दे पिंड 2 सिंह शहीद करवाए है, सैनी तो ते राम रहीम नूं, और कोट कपूरे तुसी गोलियां ते लाठी चार्ज कराए है। उत्थे बैठे सिखां नूं 328 ਸਰੂਪ महाराज दे तुसी पता नहीं चरवा दिते है जां निरंकारियों नूं दे दिते है, जां तुसी नागपुर RSS नूं देते है। ये सिख कौम तोथों सफाई चाहती है कि कित्थे ने सारे स्वरूप। जेड़ा काम आरंभ करिए, धामी साहब, बादल साहब, उस नूं समाप्त करना पैंदा। अज कौम ने कहता कि भुल्लर SCPC का प्रधान बने, हवाड़ा अकाल तख्त का प्रधान बने, लोहारिया साहब दमदमी साहब का जथेदार बने, टकसाल का जथेदार बने। सो इन्नियां गल्लां मैं कीती है। सिख कौम खालिस्तान अमन पसंद तरीके दे नाल जमहूरीयत ढांचे च रह के करना चाहती है, तो मैं सारी अपील करदा कि मैनू कैंडीडेट संगरूर तो चुनिया गया। जे मेरी सफलता हुंदी है तो फिर पंजाब ते कौम की सफलता होगी। दिल्ली जिसने जबर कीते है ओदी होगी हार। सो संगरूर के मैदान के उत्ते कस के उत्थे सारे जाने पहुंचन। वाहिगुरू जी का खालसा, वाहिगुरू जी की फतेह। 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਸਿੱਖ ਕੌਮ ਨੇ ਫਤਵਾ ਮਾਨ ਸਾਹਿਬ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਸਿੱਖ ਕੌਮ ਨੇ ਹੁੰਗਾਰਾ ਨਹੀਂ ਸੀ ਦਿੱਤਾ
ਤਾਂ ਕੀ ਤੁਹਾਨੂੰ ਲੱਗਦਾ ਹੈ ਇਸ ਲੋਕ ਸਭਾ ਚੋਣਾਂ ਦੇ ਵਿੱਚ ਸਿੱਖ ਕੌਮ ਤੁਹਾਡੇ ਨਾਲ ਖਲੋਵੇਗੀ? ਇਹ ਤਾਂ ਤੁਸੀਂ ਲਿਆਉਣੀ ਹੈ ਸਿੱਖ ਕੌਮ ਨੂੰ ਹੱਥ ਦੇ ਵਿੱਚ। ਤਾਂ ਡੋਡੇ ਤੁਸੀਂ ਪੜੇ ਹੋਏ ਆ ਕਿ ਮੈਂ ਪੜੇ ਹੋਏ ਆ? ਹਾਂ, ਕੀ ਲੱਗਦਾ ਹੈ ਜਿਹੜੀ ਭੁੱਲ ਕੀਤੀ ਹੈ ਵਿਧਾਨ ਸਭਾ ਚੋਣਾਂ 'ਚੋਂ ਇਸ ਵਾਰ ਲੋਕ ਸਭਾ ਚੋਣਾਂ 'ਚ ਪੂਰੀ ਹੋ ਜਾਊਗੀ? ਕਿਹੜੀ ਭੁੱਲ ਕੀਤੀ ਹੈ? ਲੋਕਾਂ ਨੇ ਜਿਹੜੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਤੁਹਾਨੂੰ ਅੱਗੇ ਆਉਣਾ ਚਾਹੀਏ, ਸਾਰੀ ਸਿੱਖ ਸੰਗਤ ਮੰਗ ਕਰਦੀ ਹੈ। ਲੋਕਾਂ ਨੇ ਭੁੱਲ ਨਹੀਂ ਕੀਤੀ। EVM ਮਸ਼ੀਨ RSS ਦੇ ਹੱਥ ਦੇ ਵਿੱਚ ਹੈ। RSS ਦੀ ਸੈਂਟਰ ਦੀ ਸਰਕਾਰ ਹੈ ਤੇ RSS ਨੇ ਆਮ ਪਾਰਟੀ ਦੀ ਜਿੱਤ ਕਰਾਈ ਹੈ EVM ਮਸ਼ੀਨਾਂ ਦੇ ਰਾਹੀਂ। ਤਾਂ ਹੀ ਕਤਲ ਹੋ ਰਿਹਾ ਹੈ। ਕਤਲ ਹੋ ਰਿਹਾ ਹੈ। ਤਦੇ ਕਤਲ ਹੋ ਰਹੇ ਹੈ। ਲਾਅ ਐਂਡ ਆਰਡਰ ਬਿਲਕੁਲ ਖਰਾਬ ਹੋ ਗਿਆ ਹੈ। ਮੂਸੇਵਾਲ ਸਾਹਿਬ ਨੂੰ ਮਾਰਿਆ ਗਿਆ ਹੈ। ਸੰਦੀਪ ਸਿੰਘ ਸਿੱਧੂ ਨੂੰ ਮਾਰਿਆ ਗਿਆ, ਸ਼ਹੀਦ ਕੀਤਾ ਗਿਆ ਹੈ। ਅਸੀਂ ਮੰਗਦੇ ਹਾਂ ਕਿ ਯੂਨਾਈਟਿਡ ਨੇਸ਼ਨ ਦੀ ਤਫਤੀਸ਼ ਮੂਸੇਵਾਲ ਤੇ ਸਿੱਧੂ ਦੀ ਹੋਵੇ, ਜਿਵੇਂ ਲੈਬਨਾਨ ਦੇ ਪ੍ਰਾਈਮ ਮਿਨਿਸਟਰ ਹਰਾਰੀ ਦੀ ਕਤਲ ਦੀ ਤਫਤੀਸ਼ UN ਨੇ ਕੀਤੀ ਸੀ। ਨਾਲ ਦੇ ਮੁਲਕ ਬੇਨਜ਼ਾਰ ਭੁੱਟੋ ਦੇ ਕਤਲ ਦੀ ਕੇਸ ਦੀ ਤਫਤੀਸ਼ UN ਨੇ ਕੀਤੀ ਸੀ। ਸਾਨੂੰ ਹਿੰਦ ਦੀ ਸਰਕਾਰ ਦੇ ਉੱਤੇ ਭਰੋਸਾ ਨਹੀਂ। ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ UN ਮੂਸੇਵਾਲ ਤੇ ਸਿੱਧੂ ਸਾਹਿਬ ਦੀ ਤਫਤੀਸ਼ ਕਰੇ। ਬੀਤੇ ਕੱਲ ਭੈਣ ਆਉਂਦੇ ਨੇ, ਕਹਿੰਦੇ ਨੇ ਕਿ ਮੈਂ ਮਾਨ ਸਾਹਿਬ ਨਾਲ ਗੱਲ ਕਰਦੀ ਕਿ ਅਸੀਂ ਇਕੱਠੇ ਰਲ ਕੇ ਸਹਿਮਤੀ ਦੇ ਨਾਲ ਇੱਕ ਬੰਦਾ ਖੜਾ ਹੋ ਕੇ ਸੀ ਜਿੱਤ ਸਕਦੇ। ਉਹਨਾਂ ਦੇ ਵਿੱਚੋਂ ਜਿੰਨੇ ਕੈਦ ਜ਼ਿਆਦਾ ਕੱਟੀ ਹੈ, ਬੀਬੀ ਜੀ ਉਹਦਾ ਫੈਸਲਾ ਕਰ ਲੈਣ ਕਿ ਤੁਸੀਂ ਜ਼ਿਆਦਾ ਕੱਟੀ ਹੈ ਕਿ ਜਿਹਦਾ ਨਾਂ ਲੈਂਦੇ ਉਹਨੇ ਜ਼ਿਆਦਾ ਕੈਦ ਕੱਟੀ ਹੈ। ਸਵਾਲ ਹੈਗਾ ਕੈਦੀਆਂ ਦਾ। ਸੀਐਮ ਭਗਵੰਤ ਮਾਨ ਕਾਲ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਮਿਲਣ ਆਏ ਆ। ਪਹਿਲਾਂ ਸਿਕਿਉਰਿਟੀ ਵਾਪਸ ਕੀਤੀ ਜਾਂਦੀ ਆ, ਫਿਰ ਸਿਕਿਉਰਿਟੀ ਬਹਾਲ ਕੀਤੀ ਜਾਂਦੀ ਆ, ਕਿਵੇਂ ਵੇਖਦੇ ਹੋ? ਇਹ ਤੁਹਾਡੀ ਚੁਣੀ ਹੋਈ ਸਰਕਾਰ ਹੈ। ਇਹ ਥੁੱਕ ਕੇ ਚੱਟੀ ਜਾਂਦੇ ਆ। ਹੋਰ ਮੈਂ ਕੀ ਕਹਿ ਸਕਦਾ? ਬੇਸ਼ਰਮ ਲੋਕ ਹੈ। ਮਾਨ ਸਾਹਿਬ ਜੇ ਗੱਲ ਕਰੀਏ ਦੀਪ ਸਿੱਧੂ ਨੇ ਤੁਹਾਡੀ ਸਪੋਰਟ ਕੀਤੀ, ਸਿੱਧੂ ਮੂਸੇਵਾਲੇ ਨੇ ਸਪੋਰਟ ਕੀਤੀ ਆ। ਜਿਹੜਾ ਵੀ ਵਿਅਕਤੀ ਤੁਹਾਡੀ ਸਪੋਰਟ ਦੇ ਵਿੱਚ ਉਤਰਦਾ ਹੈ ਤਾਂ ਉਹਦੇ ਤੇ ਇਸੇ ਤਰੀਕੇ ਨਾਲ ਹਮਲਾ ਹੋ ਜਾਂਦਾ। ਕਿਵੇਂ ਵੇਖਦੇ ਹੋ? ਕਿਤੇ ਨਾ ਕਿਤੇ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ। ਤੂੰ ਨਾ ਮੇਰੀ ਸਪੋਰਟ ਕਰੀ, ਤੈਨੂੰ ਵੀ ਠੋਕ ਦੇਣਗੇ। ਹੋਰ ਫਿਰ ਆਈ ਹੁਣ ਜਾ ਕੋਈ ਲਿਆਕਤ ਵਾਲਾ ਸਵਾਲ ਪੁੱਛੋ ਯਾਰ। ਕੋਈ ਲਿਆਕਤ ਹੈ? ਸਿੱਖ ਨੂੰ ਸਟੇਟਸ ਬਲੂ ਸਟਾਰ ਤੋਂ ਬਾਅਦ ਕਿਸੇ ਸਿੱਖ ਨੂੰ ਸਟੇਟ ਦੀ ਸਿਕਿਉਰਿਟੀ ਨਹੀਂ ਲੈਣੀ ਚਾਹੀਦੀ। ਕੱਲ ਮੈਨੂੰ ਸਿਕਿਉਰਿਟੀ ਮਿਲਦੀ ਸੀ। ਮੈਂ ਕਿਹਾ ਕਿ ਮੈਨੂੰ ਮੌਤ ਕਬੂਲ ਹੈ, ਪਰ ਇੰਡੀਅਨ ਸਟੇਟ ਦੀ ਸਿਕਿਉਰਿਟੀ ਮੈਂ ਨਹੀਂ ਲੈਣੀ ਹੈ। ਸਾਡੇ ਲਈ ਸਿੱਖਾਂ ਲਈ ਜ਼ਹਿਰ ਹੈ ਹਿੰਦ ਸਟੇਟ ਦੀ ਸਿਕਿਉਰਿਟੀ ਲੈਣੀ। ਪਾਰਲੀਮੈਂਟ ਜੇ ਤੁਹਾਨੂੰ ਸੰਗਰੂਰ ਲੋਕ ਹਲਕੇ ਦੇ ਲੋਕ ਫਤਵਾ ਦਿੰਦੇ ਆ ਤਾਂ ਪਾਰਲੀਮੈਂਟ ਜਾ ਕੇ ਕੀ ਕਰੋਗੇ ਸਿੱਖ ਕੌਮ ਵਾਸਤੇ ਜਾਂ ਪੰਜਾਬ ਵਾਸਤੇ? ਸਾਰਾ ਕੁਝ ਕਰੂੰਗਾ ਜਿਹੜਾ ਸਾਡਾ ਏਜੰਡੇ ਦੇ ਉੱਤੇ ਹੈ। ਤੇ ਹੁਣ ਤੇ ਜੇ ਦੀ ਗੱਲ ਨਾ ਕਰੋ, ਸੰਗਰੂਰ ਦੀ ਸੰਗਤ ਨੇ ਮੈਨੂੰ ਸਪੋਰਟ ਦੇ ਦਿੱਤੀ ਹੈ। ਜੇ ਗੱਲ ਕਰੋ ਬੰਦੀ ਸਿੰਘਾਂ ਤੋਂ ਇਲਾਵਾ ਹੋਰ ਕਿਹੜੇ ਮੁੱਦੇ ਵੀ ਚੁੱਕੇ ਜਾਣਗੇ? ਬਾਰਡਰ ਖੋਲ੍ਹਿਆ ਜਾਊਗਾ, ਜ਼ਿਮੀਂਦਾਰਾਂ ਦੀਆਂ ਜਿਨਸਾਂ, ਲਾਲੇ ਬਾਣੀਆਂ ਦਾ ਵਪਾਰ ਬਾਰਡਰ ਤੋਂ ਟੱਪੂਗਾ। ਪੰਜਾਬ ਦੇ ਵਿੱਚ ਖੁਸ਼ਹਾਲੀ ਆਊਗੀ। ਜ਼ਿਮੀਂਦਾਰਾਂ ਤੇ ਕਿਸਾਨ ਮਜ਼ਦੂਰਾਂ ਦੇ ਕਰਜ਼ੇ ਖਤਮ ਹੋ ਜਾਣਗੇ। ਪਾਣੀਆਂ ਦਾ ਮਸਲਾ ਚੱਕਾਂਗੇ ਔਰ ਪੰਜਾਬੀ ਬੋਲਦੇ ਇਲਾਕੇ ਹਿਮਾਚਲ, ਹਰਿਆਣੇ, ਚੰਡੀਗੜ੍ਹ 'ਚ ਜਿਹੜੇ ਰਹਿ ਗਏ ਹੈ, ਰਾਜਸਥਾਨ 'ਚ, ਉਹ ਵਾਪਸ ਲਵਾਂਗੇ। ਔਰ ਅਸੀਂ ਮੋਦੀ ਨੂੰ ਕਹਾਂਗੇ ਕਿ ਜਦੋਂ ਵੀ ਹਿੰਦੂਤਵਾਦੀ ਸਰਕਾਰ ਆਉਂਦੀ ਹੈ, ਚੀਨ ਤੁਹਾਡੇ ਉੱਤੇ ਭਾਰੀ ਹੋ ਜਾਂਦੀ ਹੈ।
2020 ਦੇ ਵਿੱਚ ਮੋਦੀ ਦੀ ਸਰਕਾਰ ਤੇ ਇੰਡੀਆ ਫੌਜ ਨੇ 900 ਕਿਲੋਮੀਟਰ ਧਰਤੀ ਲਦਾਖ ਦੀ ਚੀਨ ਨੂੰ ਲਟਾਤੀ ਹੈ, ਜਿਹੜੀ ਸ਼ਰਮ ਦੀ ਗੱਲ ਹੈ। ਮਾਨ ਸਾਹਿਬ ਜੀ ਗੱਲ ਕਰੀਏ ਕਾਂਗਰਸ ਦੇ ਕਾਫੀ ਵਿਧਾਇਕ ਸਾਬਕਾ ਮੰਤਰੀ ਜਿਹੜੇ ਆ ਟੁੱਟ ਕੇ ਭਾਜਪਾ 'ਚ ਸ਼ਾਮਲ ਹੋ ਰਹੇ ਆ, ਕਿਵੇਂ ਵੇਖਦੇ ਹੋ ਬੀਜੇਪੀ ਨੂੰ ਕਿਸਾਨੀ ਮੋਰਚੇ ਵੇਲੇ ਯਾਰ ਮਾੜਾ ਚੰਗਾ ਬੋਲਦੇ ਸੀਗੇ ਹੁਣ ਉਮੀਦਵਾਰ ਵੀ ਜਿਹੜਾ ਸੰਗਰੂਰ ਹਲਕੇ ਤੋਂ ਐਲਾਨ ਦਿੱਤਾ ਇਹ ਦੇਖੋ, ਇਹ ਬੰਦੇ ਨਹੀਂ ਤਦੇ ਅਸੀਂ ਕਦੇ ਕਾਂਗਰਸ 'ਚ ਗਏ ਨਹੀਂ ਹੈ। ਜੇ ਆਪਾਂ ਬੰਦੇ ਹੈ ਜਾਂ ਮਾਈ ਭਾਗੋ ਹੈ ਤੇ ਫਿਰ ਉਹਨਾਂ ਦੇ ਲਈ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਹੈ। ਜਿਵੇਂ ਆ ਬੀਬੀ ਇੱਥੇ ਚੱਠਾ ਖੜੀ ਹੈ,